मसीह यसू ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਤੇ ਅੱਜ ਅਸੀਂ ਇਮਸਾਲ ਦੀ ਕਿਤਾਬ ਉਹਦਾ 16ਵਾਂ ਬਾਬ ਤੇ ਉਹਦੀ 18ਵੀਂ ਐਤ ਪੜਾਂਗੇ। ਮਿਸਾਲ ਦੀ किताब ਉਹਦਾ 16ਵਾਂ ਬਾਬ ਤੇ ਉਹਦੀ 18ਵੀਂ ਆਇਤ ਇੰਜ ਲਿਖਿਆ। मैं ਪਹਿਲਾਂ ਉਰਦੂ ਚ ਪੜਾਂਗਾ ਤੇ ਫਿਰ ਉਹਨੂੰ ਪੰਜਾਬੀ ਚ ਤਰਜਮਾ ਕਰਕੇ ਦੱਸਾਂਗਾ ਤੇ ਫਿਰ ਅਸੀਂ ਪੰਜਾਬੀ ਦੇ ਵਿੱਚ ਸਾਰਾ ਪੈगाम ਸੁਣਾਂਗੇ। हलाकत से पहले तकब्बर और जवाल से पहले खुदबीनी है। ਜਿਹਨੂੰ ਅਸੀਂ ਪੰਜਾਬੀ ਚ ਅਗਰ ਤਰਜਮਾ ਕਰੀਏ ਤੇ ਕਿਹਾ ਜਾਂਦਾ ਹੈ ਕਿ ਤਬਾਹੀ ਬਰਬਾਦੀ सब कुछ खत्म होने तो पहलों गरूर ते तकब्बर आउंदा है, घमंड आउंदा है ते जवाल यानी कि सब कुछ खत्म हो जाने तो पहलों खुद बीनी आउंदी है, यानी उहदी अपनी आकड़ आउंदी है, उहदी अपनी हकारत आउंदी है ਜਿਹੜੀ इंसान दे अंदर आउंदी है कि दूजियां नूं समझदा ही कुछ नहीं, अपने आप नूं बहुत वड्डा समझ जांदा। इहनूं कहिंदे ने खुद बीनी। ਤੇ ਖੁਦਬੀਨੀ ਜਦੋਂ ਬੰਦੇ ਦੇ ਅੰਦਰ ਆਉਂਦੀ ਏ ਉਹਦੇ ਅੰਦਰ ਆਕੜ ਆਉਂਦੀ, ਉਹਦੇ ਅੰਦਰ ਹਕਾਰਤ ਆਉਂਦੀ ਏ ਬੜੀ, ਉਹ ਹਕੀਰ ਸਮਝਦਾ ਦੂਜਿਆਂ ਨੂੰ, ਯਾਨੀ ਦੂਜਿਆਂ ਨੂੰ ਕੁਝ ਨਹੀਂ ਸਮਝਦਾ ਤੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਤੇ ਸਮਝ ਲਓ ਉਹ ਜ਼ਵਾਲ ਵੱਲ ਜਾਣ ਡਿਆ। ਤੇ ਬਾਈਬਲ ਉਹਨੂੰ ਇਸ ਤਰ੍ਹਾਂ ਹੀ ਬਿਆਨ ਕਰਦੀ ਏ ਕਿ ਤਬਾਹੀ ਬਰਬਾਦੀ ਤੋਂ ਪਹਿਲੋਂ ਬੰਦੇ ਤੇ ਗਰੂਰ ਤੇ ਤਕੱਬਰ ਤੇ ਘਮੰਡ ਆਉਂਦਾ ਹੈ। ਇਹ ਇਨਸਾਨੀ ਜ਼ਿੰਦਗੀ ਦੀ ਇੱਕ ਪਹਿਚਾਣ ਹੈ। ਤੁਸੀਂ ਸਮਝ ਜਾਓਗੇ ਕਿ ਖੁਦਾ ਕੀ ਦੱਸਣ ਡਿਆ। ਇਨਸਾਨ ਨੂੰ ਵੇਖਣ ਦੀ ਤੇ ਇਨਸਾਨ ਨੂੰ ਪਰਖਣ ਦੀ ਤੇ ਇਨਸਾਨ ਨੂੰ ਸਮਝਣ ਦੀ ਇੱਕ ਪਹਿਚਾਣ ਦੱਸੀ ਹੋਈ ਹੈ ਕਿ ਜਦੋਂ ਤੁਸੀਂ ਵੇਖੋ ਕਿ ਕਿਸੇ ਬੰਦੇ ਦੇ ਅੰਦਰ ਬੜਾ ਗਰੂਰ ਤੇ ਘਮੰਡ ਆ ਗਿਆ ਤੇ ਬੜਾ ਤਕੱਬਰ ਆ ਗਿਆ ਤੇ ਉਦੋਂ ਸਮਝ ਜਾਓ ਕਿ ਉਹਦੀ ਤਬਾਹੀ ਤੇ ਬਰਬਾਦੀ ਹੈ, ਉਹ ਖਤਮ ਹੋਣ ਡਿਆ। ਇਹ ਕਿੰਨਾ ਟਾਈਮ ਲੱਗੇਗਾ ਉਹਦੇ ਖਤਮ ਹੋਣ 'ਚ, ਕਿੰਨਾ ਟਾਈਮ ਲੱਗੇਗਾ ਕਿ ਆਸਤਾ ਆਸਤਾ ਉਹ ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ ਤੇ ਫਿਰ ਬਿਲਕੁਲ ਖਤਮ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਅਗਲਾ ਲਫ਼ਜ਼ ਦੱਸਦਾ ਹੈ ਕਿ ਜ਼ਵਾਲ ਯਾਨੀ ਸਭ ਕੁਝ ਖਤਮ ਹੋਣ ਤੋਂ ਪਹਿਲੋਂ ਉਹਦੇ ਅੰਦਰ ਇਹ ਚੀਜ਼ ਆਉਂਦੀ ਹੈ ਕਿ ਉਹ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ, ਦੂਜੇ ਨੂੰ ਹਕੀਰ ਸਮਝਦਾ, ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਤੇ ਦੂਜਿਆਂ ਨੂੰ ਨੀਚ ਸਮਝਦਾ। ਜਦੋਂ ਇਹ ਗੱਲ ਆ ਜਾਏ ਤੇ ਸਮਝੋ ਉਹਦਾ ਜ਼ਵਾਲ ਸ਼ੁਰੂ ਹੈ, ਉਹਦੇ ਕੋਲ ਕੱਖ ਨਹੀਂ ਰਹੇਗਾ, ਸਭ ਕੁਝ ਖਤਮ ਹੋ ਜਾਏਗਾ ਉਹਦੇ ਕੋਲ। ਇਹ ਖੁਦਾ ਨੇ ਇੱਕ ਤਰੀਕਾ ਦੱਸਿਆ ਤੇ ਅਸੀਂ ਜਿਹੜੇ ਜ਼ਿੰਦਗੀ ਗੁਜ਼ਾਰਨੇ ਆ ਅੱਜ ਜ਼ਰਾ ਆਪਣੇ ਆਪ ਤੇ ਗੌਰ ਕਰੀਏ ਅਸੀਂ ਕਿ ਕੀ ਅਸੀਂ ਸਾਡੇ ਅੰਦਰ ਗਰੂਰ ਤੇ ਘਮੰਡ ਭਰਿਆ ਹੋਇਆ। ਜੇ ਗਰੂਰ ਤੇ ਘਮੰਡ ਭਰਿਆ ਹੋਇਆ ਤੇ ਸਮਝ ਲਓ ਅਸੀਂ ਹਲਾਕਤ ਵੱਲ ਜਾਣ ਰਹੇ ਹਾਂ, ਅਸੀਂ ਤਬਾਹੀ ਤੇ ਬਰਬਾਦੀ ਵੱਲ ਜਾਣ ਰਹੇ ਹਾਂ। ਸਾਡਾ ਰਸਤਾ ਜ਼ਿੰਦਗੀ ਨਹੀਂ, ਸਾਡਾ ਰਸਤਾ ਜਿਹੜਾ ਉਹ ਖੁਸ਼ਹਾਲੀ ਨਹੀਂ ਬਲਕਿ ਤਬਾਹੀ ਤੇ ਬਰਬਾਦੀ ਵੱਲ ਜਾਣ ਰਹੇ ਹਾਂ। ਲੇਕਿਨ ਇਹਦੇ ਲਈ ਨਿਸ਼ਾਨੀ ਹੈ ਜੇ ਸਾਡੇ ਅੰਦਰ ਗਰੂਰ ਤੇ ਤਕੱਬਰ ਭਰਿਆ ਹੈ ਤੇ ਜੇ ਅਸੀਂ ਆਪਣੇ ਆਪ ਨੂੰ ਬੜਾ ਵੱਡਾ ਸਮਝਨੇ ਆ, ਦੂਜਿਆਂ ਨੂੰ ਨੀਚ ਸਮਝਨੇ ਆ ਤੇ ਸਮਝੋ ਅਸੀਂ ਹੁਣ ਅੱਗੇ ਵਧਣ ਦੀ ਬਜਾਏ ਥੱਲੇ ਥੱਲੇ ਜਾਣ ਰਹੇ ਆ। ਇਹ ਇਨਸਾਨ ਦੇ ਆਪਣੇ ਆਪ ਨੂੰ ਪਰਖਣ ਦਾ ਤੇ ਵੇਖਣ ਦਾ ਇੱਕ ਆਇਨਾ ਦੱਸਿਆ, ਇੱਕ ਸ਼ੀਸ਼ਾ ਦੱਸਿਆ, ਇੱਕ ਸਾਹਮਣੇ ਨਜ਼ਰ ਆਉਣ ਵਾਲਾ ਕੰਮ ਦੱਸਿਆ। ਇਸ ਲਈ ਕਿ ਜੇ ਕਲਾਮ ਨੂੰ ਸਮਝਦਾ ਨਹੀਂ, ਜੇ ਬੰਦਾ ਕਲਾਮ ਨੂੰ ਸਮਝਦਾ ਨਹੀਂ ਤੇ ਉਹ ਫਿਰ ਕੁਝ ਵੀ ਨਹੀਂ। ਖੁਦਾ ਨੇ ਬੜੇ ਚੰਗੇ ਤਰੀਕੇ ਨਾਲ ਇਹ ਗੱਲ ਸਮਝਾਈ ਹੈ। ਕਲਾਮੇ ਮੁਕੱਦਸ ਦੇ ਵਿੱਚ ਬੜੀ ਖਾਸ ਗੱਲ ਲਿਖੀ ਹੈ ਕਿ ਤਬਾਹੀ ਤੇ ਬਰਬਾਦੀ ਤੋਂ ਪਹਿਲੋਂ ਇਨਸਾਨ ਦੇ ਅੰਦਰ ਗਰੂਰ ਤੇ ਘਮੰਡ ਆਉਂਦਾ ਹੈ।
ਤੇ ਜੇ ਆਪਣੇ ਆਪ ਨੂੰ ਵੇਂਦੇ ਜੇ ਤੇ ਆਪਣੇ ਆਪ ਨੂੰ ਹੁਣ ਇਸ ਲਾਈਨ ਤੋਂ ਹਟਾ ਲਵੋ। ਗਰੂਰ ਤੇ ਗਮੰਡ ਛੱਡ ਦਿਓ, ਨਹੀਂ ਤੇ ਤਬਾਹੀ ਤੇ ਬਰਬਾਦੀ ਜੇ। ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਹੀ ਮੈਂ ਆ, ਬਾਕੀ ਕੁਛ ਨਹੀਂ ਹੈਗਾ, ਜ਼ੀਰੋ ਨੇ, ਬਾਕੀ ਕੀ ਨੇ ਮੇਰੇ ਅੱਗੇ, ਮੈਂ ਬਹੁਤ ਵੱਡਾ ਵਾਂ, ਤੇ ਸਮਝ ਲਓ ਤੁਹਾਡਾ ਜਿਹੜਾ ਨਾ ਸਭ ਕੁਝ ਖਤਮ ਹੋਣ ਡਿਆ ਹੈ। ਤੁਸੀਂ ਉੱਤੋਂ ਥੱਲੇ ਡਿੱਗਣ ਡਏ ਹੋ, ਤੁਹਾਡੀ ਇੱਜ਼ਤ ਬਰਬਾਦ ਹੋਣ ਲੱਗੀ ਜੇ, ਤੁਹਾਡੇ ਸਾਰੇ ਕੰਮ ਬਰਬਾਦ ਹੋਣ ਲੱਗੇ ਜੇ, ਇਸ ਲਈ ਕਿ ਹੁਣ ਤੁਸੀਂ ਥੱਲੇ ਵੱਲ ਜਾਣ ਡਏ ਹੋ। ਅਸੀਂ ਆਪਣੇ ਆਪ ਨੂੰ ਵੇਖ ਕੇ ਤੇ ਦਰੁਸਤ ਕਰ ਸਕਦੇ ਹਾਂ, ਲੇਕਿਨ ਮੇਰੇ ਭਰਾਓ ਮੇਰੀ ਭੈਣੋ, ਆਪਣੇ ਆਪ ਨੂੰ ਦਰੁਸਤ ਕਰਨਾ ਹੀ ਔਖਾ ਹੈ। ਹਰ ਬੰਦਾ ਕਹਿੰਦਾ ਮੈਂ ਠੀਕ ਹਾਂ, ਮੈਂ ਹੀ ਠੀਕ ਹਾਂ। ਅਸੀਂ ਦੂਜੇ ਤੇ ਉਂਗਲੀ ਚੁੱਕ ਦਿੰਦੇ ਆ, ਐ ਵੇਖ ਫਲਾਣਾ ਐ ਕਰਨ ਡਿਆ, ਆ ਵੇਖ ਫਲਾਣਾ ਐ ਕਰਨ ਡਿਆ। ਲੇਕਿਨ ਜਿਹੜੀ ਸੱਚੀ ਗੱਲ ਹੈ, ਆਪਣੇ ਆਪ ਨੂੰ ਦਰੁਸਤ ਕਰਨਾ ਜ਼ਰਾ ਮੁਸ਼ਕਿਲ ਵੀ ਹੈ ਤੇ ਸੌਖਾ ਵੀ ਹੈ। ਸੌਖਾ ਇੰਝ ਹੈ ਕਿ ਫੌਰਨ ਬਦਲ ਲਓ ਆਪਣੇ ਆਪ ਨੂੰ, ਤੇ ਔਖਾ ਇੰਝ ਹੈ ਕਿ ਜਦੋਂ ਤੁਸੀਂ ਮੰਨਦੇ ਨਹੀਂ ਹੈਗੇ। ਜਿਹੜੇ ਬੰਦੇ ਦੇ ਅੰਦਰ ਖੁਦ ਬੀਨੀ ਦਾ, ਜਿਵੇਂ ਮੈਂ ਮਤਲਬ ਦੱਸਿਆ ਕਿ ਉਹ ਦੂਜਿਆਂ ਨੂੰ ਕੁਝ ਨਹੀਂ ਸਮਝਦਾ, ਕਹਿੰਦਾ ਇਹਨਾਂ ਨੂੰ ਕੀ, ਇਹਨਾਂ ਕੋਲ ਕੀ ਹੈ, ਇਹ ਕੀ ਨੇ ਮੇਰੇ ਅੱਗੇ, ਕੀੜੇ ਮਕੌੜੇ। ਜਦੋਂ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਤੇ ਫਿਰ ਖੁਦਾ ਨੂੰ ਥੱਲੇ ਥੱਲੇ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਖੁਦਾ ਸਾਨੂੰ ਬੜੀਆਂ ਚੰਗੀਆਂ ਗੱਲਾਂ ਸਮਝਾਉਂਦਾ ਹੈ। ਕਿਉਂ ਕਹਿੰਦਾ ਕਿ ਦੂਜੇ ਨੂੰ ਆਪਣੇ ਆਪ ਤੋਂ ਬਿਹਤਰ ਸਮਝੋ, ਚੰਗਿਆਂ ਸਮਝੋ, ਉਹਨੂੰ ਦੂਜੇ ਨੂੰ ਚੰਗਿਆਂ ਸਮਝੋ। ਤੇ ਜੇ ਅਸੀਂ ਦੂਜੇ ਨੂੰ ਚੰਗਿਆਂ ਨਹੀਂ ਸਮਝਦੇ ਤੇ ਫਿਰ ਸਮਝੋ ਅਸੀਂ ਹੁਣ ਥੱਲੇ ਡਿੱਗਣ ਡਏ ਆ, ਨੀਵੇਂ ਹੁੰਦੇ ਜਾਂਦੇ ਆ। ਅਸੀਂ ਕਿਉਂ ਨਹੀਂ ਸਮਝਦੇ? ਤੇ ਜੇ ਅਸੀਂ ਦੂਜੇ ਨੂੰ ਵੇਖਨੇ ਆ ਤੇ ਆਪਣੇ ਜੇ ਭਰਾ ਨੂੰ ਵੇਖਨੇ ਆ, ਆਪਣੇ ਕਿਸੇ ਖਾਸ ਅਜ਼ੀਜ਼ ਨੂੰ ਵੇਖਨੇ ਆ ਕਿ ਉਹਦੇ ਅੰਦਰ ਵੀ ਇਹ ਚੀਜ਼ਾਂ ਪਾਈਆਂ ਜਾਂਦੀਆਂ ਨੇ, ਯਾਨੀ ਉਹਦੇ ਅੰਦਰ ਗਰੂਰ ਤੇ ਗਮੰਡ ਪਾਇਆ ਜਾਂਦਾ ਹੈ, ਤੇ ਉਹਦੇ ਅੰਦਰ ਇਹ ਚੀਜ਼ ਪਾਈ ਜਾਂਦੀ ਹੈ ਕਿ ਦੂਜਿਆਂ ਨੂੰ ਕੁਝ ਨਹੀਂ ਸਮਝਦਾ। ਤੇ ਉਹਨੂੰ ਪਿਆਰ ਨਾਲ ਸਮਝਾਓ ਕਿ ਭਰਾ ਆਪਣੇ ਆਪ ਨੂੰ ਸੰਭਾਲ, ਖੁਦਾ ਦਾ ਕਲਾਮ ਇਹ ਕਹਿੰਦਾ ਹੈ। ਤੇ ਜੇ ਤੇਰੇ ਅੰਦਰ ਇਹ ਚੀਜ਼ਾਂ ਆ ਗਈਆਂ ਨੇ ਤੇ ਵੇਖ ਤੇਰੇ ਅੰਦਰੋਂ ਸ਼ੈਤਾਨ ਤੇ ਕੰਮ ਨਹੀਂ ਕਰ ਰਿਹਾ, ਤੇ ਜੇ ਸ਼ੈਤਾਨ ਕੰਮ ਨਹੀਂ ਕਰ ਰਿਹਾ ਤੇ ਫਿਰ ਤੂੰ ਆਪ ਹੀ ਡਿੱਗਣ ਡਿਆ ਵੇਂ ਆਪਣੇ ਕੰਮਾਂ ਦੀ ਵਜ੍ਹਾ ਤੋਂ। ਆਪਣੇ ਆਪ ਨੂੰ ਸੰਭਾਲ। ਤੇ ਜਦੋਂ ਤੁਸੀਂ ਦੂਜੇ ਦੀ ਸਲਾਹ ਕਰਦੇ ਹੋ ਨਾ, ਉਹਨੂੰ ਪਿਆਰ ਨਾਲ ਸਮਝਾਉਂਦੇ ਹੋ ਤੇ ਬੜੀ ਨਰਮ ਮਜ਼ਾਜੀ ਨਾਲ ਸਮਝਾਉਂਦੇ ਹੋ ਤੇ ਇੱਜ਼ਤ ਦੇ ਕੇ ਸਮਝਾਉਂਦੇ ਹੋ, ਤੇ ਮੇਰਾ ਖਿਆਲ ਹੈ ਕਿ ਉਹ ਬਚ ਜਾਏਗਾ ਤੇ ਤੁਸੀਂ ਵੀ ਬਚੇ ਰਹੋਗੇ। ਤੇ ਜੇ ਅਸੀਂ ਦੂਜੇ ਨੂੰ ਬਚਾਉਂਦੇ ਨਹੀਂ ਤੇ ਫਿਰ ਰੂਹਾਂ ਬਚਾਉਣ ਦਾ ਕੰਮ ਕੋਈ ਨਹੀਂ ਜੇ। ਇਹ ਵੀ ਰੂਹ ਬਚਾਉਣਾ ਹੈ ਕਿ ਉਹ ਬਰਬਾਦੀ ਤੋਂ ਬਚ ਜਾਏ, ਉਹ ਤਬਾਹੀ ਤੋਂ ਬਚ ਜਾਏ ਤੇ ਉਹ ਠੀਕ ਰਾਹ ਤੇ ਚੱਲੇ ਤੇ ਖੁਦਾ ਦਾ ਬੰਦਾ ਬਣ ਕੇ ਜ਼ਿੰਦਗੀ ਗੁਜ਼ਾਰੇ। ਇਹ ਵੀ ਰੂਹ ਬਚਾਉਣਾ ਹੈ। ਅਸੀਂ ਆਪਣੇ ਆਪ ਨੂੰ ਉਂਝ ਤੇ ਸਮਝਦੇ ਹਾਂ ਕਿ ਸ਼ਾਇਦ ਅਸੀਂ ਕਿਸੇ ਕੋਲੋਂ ਤੋਬਾ ਕਰਾ ਲਈਏ ਜਾਂ ਕਿਸੇ ਨੇ ਯਿਸੂ ਨੂੰ ਕਬੂਲ ਕਰ ਲਿਆ ਤੇ ਰੂਹ ਬਚ ਗਈ ਹੈ। ਉਹ ਭਾਈ ਜਿਹੜੇ ਟੇੜੇ ਚੱਲਦੇ ਨੇ, ਜਿਹੜੇ ਸਿੱਧੇ ਨਹੀਂ ਚੱਲਦੇ, ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ ਕਿ ਉਹ ਬਰਬਾਦੀ ਵੱਲ ਜਾਣ ਡਏ ਨੇ, ਮੌਤ ਵੱਲ ਜਾਣ ਡਏ ਨੇ, ਹਲਾਕਤ ਵੱਲ ਜਾਣ ਡਏ ਨੇ। ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ। ਤੇ ਸਾਡੇ ਲਈ ਵੱਡਾ ਕੰਮ ਇਹ ਵੇ ਕਿ ਅਸੀਂ ਆਪਣੇ ਆਪ ਨੂੰ ਵੀ ਬਚਾਈਏ ਤੇ ਉਹਨਾਂ ਨੂੰ ਵੀ ਬਚਾਈਏ। ਤੇ ਮੈਂ ਉਮੀਦ ਕਰਨਾ ਵਾਂ ਕਿ ਇਹ ਕਲਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਗੌਰ ਨਾਲ ਸੁਣਿਆ, ਸਮਝਿਆ, ਤੇ ਇਸ ਕਲਾਮ ਤੇ ਅਮਲ ਕਰਨ ਦੀ ਖੁਦਾ ਤੁਹਾਨੂੰ ਤੌਫੀਕ ਦੇਵੇ ਕਿ ਤੁਸੀਂ ਖੁਦ ਵੀ ਅਮਲ ਕਰੋ ਤੇ ਦੂਜਿਆਂ ਨੂੰ ਵੀ ਤਬਾਹੀ ਤੋਂ, ਬਰਬਾਦੀ ਤੋਂ ਬਚਾਓ ਤੇ ਆਪ ਵੀ ਬਚੋ ਤੇ ਖੁਦਾ ਦੇ ਚੰਗੇ ਬੰਦੇ ਬਣ ਕੇ ਜ਼ਿੰਦਗੀ ਗੁਜ਼ਾਰੋ ਜਿਹੜੇ ਕਿ ਖੁਦਾ ਨੂੰ ਪਸੰਦ ਆ ਸਕੋ। ਖੁਦਾ ਨੂੰ ਜਦੋਂ ਕੋਈ ਪਸੰਦ ਆ ਜਾਂਦਾ ਨਾ ਤੇ ਖੁਦਾ ਫਿਰ ਉਹਦੇ ਲਈ ਬੜਾ ਕੁਝ ਕਰਦਾ ਹੈ ਜਿਹੜਾ ਗਿਣਿਆ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਖੁਦਾ ਉਹਨੂੰ ਅਸਮਾਨ ਤੇ ਆਪਣੇ ਨਾਲ ਹੀ ਲੈ ਜਾਂਦਾ ਹੈ, ਉਹ ਜ਼ਿੰਦਾ ਹੀ ਅਸਮਾਨ ਤੇ ਟੁਰ ਜਾਂਦਾ ਹੈ। ਕਿਉਂ? ਖੁਦਾ ਨੂੰ ਪਸੰਦ ਆ ਜਾਂਦਾ ਹੈ। ਤੇ ਇਸ ਲਈ ਖੁਦਾ ਨੂੰ ਪਸੰਦ ਆਉਣ ਦੀ ਕੋਸ਼ਿਸ਼ ਕਰੋ।
ਤੇ ਖੁਦਾ ਦੇ ਨੇਕ ਬੰਦੇ ਬਣ ਕੇ ਜ਼ਿੰਦਗੀ ਗੁਜ਼ਾਰੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।